ਵੈਲਕਮ ਟੂ ਸਾਇੰਸ ਸੋਲਿਊਸ਼ਨ। ਇਸ ਸੰਸਾਰ ਵਿੱਚ ਕੁਝ ਐਸੇ ਵੀ ਜੀਵ ਹਨ ਜਿਨ੍ਹਾਂ ਨੂੰ ਤੁਸੀਂ ਵੇਖ ਨਹੀਂ ਸਕਦੇ। ਐਸੇ ਹੀ ਜੀਵਾਂ ਬਾਰੇ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਅਜਿਹੇ ਜੀਵ ਜਿਨ੍ਹਾਂ ਨੂੰ ਮਨੁੱਖ ਨੰਗੀ ਅੱਖ ਦੇ ਨਾਲ ਭਾਵ ਅਨਏਡਡ ਆਈ ਦੇ ਨਾਲ ਨਹੀਂ ਦੇਖ ਸਕਦਾ, ਉਹਨਾਂ ਨੂੰ ਮਾਈਕਰੋ ਆਰਗੇਨਿਜ਼ਮ ਭਾਵ ਸੂਖਮ ਜੀਵ ਕਿਹਾ ਜਾਂਦਾ ਹੈ। ਅਜਿਹੇ ਜੀਵ ਇੰਨੇ ਸੂਖਮ ਭਾਵ ਛੋਟੇ ਹੁੰਦੇ ਹਨ ਕਿ ਉਹਨਾਂ ਨੂੰ ਸਿਰਫ ਮਾਈਕਰੋਸਕੋਪ ਭਾਵ ਸੂਖਮਦਰਸ਼ੀ ਨਾਲ ਹੀ ਵੇਖਿਆ ਜਾ ਸਕਦਾ ਹੈ। ਮਾਈਕਰੋ ਆਰਗੇਨਿਜ਼ਮ ਭਾਵ ਸੂਖਮ ਜੀਵਾਂ ਦੀਆਂ ਕਿਸਮਾਂ। ਸੂਖਮ ਜੀਵ ਮੁੱਖ ਰੂਪ ਵਿੱਚ 5 ਕਿਸਮ ਦੇ ਹੁੰਦੇ ਹਨ। ਪ੍ਰੋਟੋਜ਼ੋਆ, ਐਲਗੀ ਜਿਸ ਨੂੰ ਕਾਈ ਕਹਿੰਦੇ ਹਨ, ਫੰਜਾਈ, ਉੱਲੀ, ਬੈਕਟੀਰੀਆ ਜਿਸ ਨੂੰ ਜੀਵਾਣੂ ਵੀ ਕਿਹਾ ਜਾਂਦਾ ਹੈ, ਵਾਇਰਸਿਸ ਭਾਵ ਵਿਸ਼ਾਣੂ। ਪ੍ਰੋਟੋਜ਼ੋਨ ਅਜਿਹੇ ਸੂਖਮ ਜੀਵ ਹਨ ਜਿਨ੍ਹਾਂ ਦਾ ਸਰੀਰ ਇੱਕ ਸੈੱਲ ਤੋਂ ਮਿਲ ਕੇ ਬਣਿਆ ਹੁੰਦਾ ਹੈ। ਇਹਨਾਂ ਵਿੱਚ ਪੂਰਨ ਵਿਕਸਿਤ ਕੇਂਦਰਕ ਹੁੰਦਾ ਹੈ। ਜ਼ਿਆਦਾਤਰ ਪ੍ਰੋਟੋਜ਼ੋਨ ਪਾਣੀ ਵਿੱਚ ਪਾਏ ਜਾਂਦੇ ਹਨ, ਪਰ ਐਂਟਅਮੀਬਾ ਹਿਸਟੋਲਿਟਿਕਾ, ਪਲਾਜ਼ਮੋਡੀਅਮ, ਟ੍ਰਿਪੈਨੋਸੋਮਾ ਅਜਿਹੇ ਪ੍ਰੋਟੋਜ਼ੋਨ ਹਨ ਜੋ ਪਰਜੀਵੀ ਹਨ ਭਾਵ ਦੂਸਰੇ ਜੀਵਾਂ ਦੇ ਸਰੀਰ ਦੇ ਅੰਦਰ ਪਾਏ ਜਾਂਦੇ ਹਨ। ਪ੍ਰੋਟੋਜ਼ੋਨ ਦੀਆਂ ਮੁੱਖ ਉਦਾਹਰਨਾਂ ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ ਆਦਿ ਹਨ। ਐਂਟਅਮੀਬਾ ਹਿਸਟੋਲਿਟਿਕਾ ਕਾਰਨ ਡਾਇਸੈਂਟਰੀ ਪੈਦਾ ਹੁੰਦੀ ਹੈ, ਜਿਸ ਕਾਰਨ ਦਸਤ ਲੱਗ ਜਾਂਦੇ ਹਨ ਅਤੇ ਦਸਤਾਂ ਦੇ ਨਾਲ ਲਹੂ ਵਗਦਾ ਹੈ। ਪਲਾਜ਼ਮੋਡੀਅਮ ਨੂੰ ਮਲੇਰੀਅਲ ਪੈਰਾਸਾਈਟ ਭਾਵ ਮਲੇਰੀਆ ਪਰਜੀਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਮਲੇਰੀਆ ਪੈਦਾ ਕਰਦਾ ਹੈ। ਮਲੇਰੀਆ ਦਾ ਰੋਗਵਾਹਕ ਭਾਵ ਵੈਕਟਰ ਮਾਦਾ ਐਨਾਫਿਲੀਜ਼ ਮੱਛਰ ਹੈ। ਇਹ ਰੋਗੀ ਵਿਅਕਤੀ ਤੋਂ ਪਲਾਜ਼ਮੋਡੀਅਮ ਨੂੰ ਤੰਦਰੁਸਤ ਵਿਅਕਤੀ ਦੇ ਸਰੀਰ ਤੱਕ ਲੈ ਕੇ ਜਾਂਦੀ ਹੈ। ਇਸ ਰੋਗ ਤੋਂ ਬਚਣ ਦੇ ਲਈ ਸਾਨੂੰ ਮੱਛਰਦਾਨੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਮੋਸਕੀਟੋ ਰਿਪੈਲੈਂਟ ਕਰੀਮ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਘਰਾਂ ਦੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ। ਛੱਪੜ ਤੋਂ ਲਿਆਂਦੇ ਹੋਏ ਪਾਣੀ ਦੀ ਜਦੋਂ ਇੱਕ ਬੂੰਦ ਨੂੰ ਮਾਈਕਰੋਸਕੋਪ ਦੀ ਸਲਾਈਡ ਉੱਪਰ ਰੱਖ ਕੇ ਮਾਈਕਰੋਸਕੋਪ ਦੇ ਹੇਠਾਂ ਰੱਖ ਕੇ ਵੇਖਿਆ ਜਾਂਦਾ ਹੈ ਤਾਂ ਇਸ ਵਿੱਚ ਇੱਕ ਸੈੱਲੇ ਜੀਵ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿੱਚ ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ ਆਦਿ ਸ਼ਾਮਲ ਹਨ। ਮਾਈਕਰੋਬਸ ਭਾਵ ਸੂਖਮ ਜੀਵਾਂ ਦਾ ਦੂਸਰਾ ਵਰਗ ਐਲਗੀ ਭਾਵ ਕਾਈ ਹੈ। ਇਹ ਪਾਣੀ ਵਿੱਚ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚ ਮੁੱਖ ਉਦਾਹਰਨਾਂ ਕਲੇਮਾਈਡੋਮੋਨਾਸ, ਕਲੋਰੈਲਾ, ਸਪਾਇਰੋਗਾਇਰਾ, ਸਪਾਇਰੂਲਾਈਨਾ ਆਦਿ ਹਨ। ਇਹ ਆਟੋਟ੍ਰੋਫ ਹਨ। ਸਪਾਇਰੋਗਾਇਰਾ ਨੂੰ ਸਿਲਕ ਆਫ ਪੌਂਡ ਵੀ ਕਿਹਾ ਜਾਂਦਾ ਹੈ। ਸਪਾਇਰੋਗਾਇਰਾ ਦਾ ਨਾਮ ਸਪਾਇਰੋਗਾਇਰਾ ਇਸ ਵਿੱਚ ਮੌਜੂਦ ਸਪਾਇਰਲ ਨੁਮਾ ਕਲੋਰੋਪਲਾਸਟ ਕਾਰਨ ਹੈ। ਸਪਾਇਰੂਲਾਈਨਾ ਇੱਕ ਅਜਿਹੀ ਐਲਗੀ ਜਾਂ ਕਾਈ ਹੈ ਜਿਸ ਦੀ ਵਰਤੋਂ ਭੋਜਨ ਵਜੋਂ ਕੀਤੀ ਜਾਂਦੀ ਹੈ। ਇਸ ਵਿੱਚ 70 ਤੋਂ 80% ਤੱਕ ਪ੍ਰੋਟੀਨ ਹੁੰਦੀ ਹੈ। ਇਸ ਵਿੱਚ ਵਿਟਾਮਿਨ ਏ ਅਤੇ ਬੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਵਿੱਚ ਮੌਜੂਦ ਪ੍ਰੋਟੀਨ ਸੋਇਆਬੀਨ ਨਾਲੋਂ 3 ਗੁਣਾ ਅਤੇ ਮਾਸ ਨਾਲੋਂ 5 ਗੁਣਾ ਹੁੰਦੀ ਹੈ। ਸਪਾਇਰੂਲਾਈਨਾ ਦੀ ਵਰਤੋਂ ਨਾਲ ਸਰੀਰ ਵਿੱਚ ਊਰਜਾ ਮਿਲਦੀ ਹੈ। ਸਪਾਇਰੂਲਾਈਨਾ ਇਮਿਊਨਿਟੀ ਭਾਵ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦੀ ਹੈ। ਕੁਝ ਕੰਪਨੀਆਂ ਨੇ ਇਸ ਤੋਂ ਦਵਾਈ ਬਣਾ ਕੇ ਵੇਚਣੀ ਸ਼ੁਰੂ ਕਰ ਦਿੱਤੀ ਹੈ। ਮਾਈਕਰੋਬਸ ਦੀ 3rd ਕੈਟੇਗਰੀ ਫੰਜਾਈ ਭਾਵ ਉੱਲੀ ਹੈ। ਫੰਜਾਈ ਭਾਵ ਉੱਲੀ ਦਾ ਸਰੀਰ ਧਾਗੇ ਵਰਗੀਆਂ ਰਚਨਾਵਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ, ਜਿਸ ਨੂੰ ਹਾਈਫੀ ਕਿਹਾ ਜਾਂਦਾ ਹੈ। ਜ਼ਿਆਦਾਤਰ ਫੰਜਾਈ ਵਿੱਚ ਪੋਸ਼ਣ ਮ੍ਰਿਤ ਆਹਾਰੀ ਭਾਵ ਸੈਪਰੋਬਿਕ ਹੁੰਦਾ ਹੈ, ਪਰ ਕੁਝ ਫੰਜਾਈ ਵਿੱਚ ਭਾਵ ਉੱਲੀਆਂ ਵਿੱਚ ਪਰਜੀਵੀ ਭਾਵ ਪੈਰਾਸਿਟਿਕ ਵੀ ਹੋ ਸਕਦਾ ਹੈ। ਈਸਟ ਭਾਵ ਖਮੀਰ ਨੂੰ ਛੱਡ ਕੇ ਬਾਕੀ ਫੰਜਾਈ ਬਹੁਸੈਲੀ ਹੁੰਦੀ ਹੈ। ਫੰਗਸ ਭਾਵ ਉੱਲੀ ਦੀ ਸਲਾਈਡ ਕਿਵੇਂ ਬਣਾਈ ਜਾਏ। ਬ੍ਰੈਡ ਅਤੇ ਰੋਟੀ ਨੂੰ ਜੇਕਰ ਭਿਉਂ ਕੇ ਛਾਂ ਅਤੇ ਸਲਾਬੇ ਵਾਲੀ ਜਗ੍ਹਾ 'ਤੇ ਰੱਖ ਦਿੱਤਾ ਜਾਏ ਤਾਂ 10 ਤੋਂ 15 ਦਿਨਾਂ ਵਿੱਚ ਇਸ ਵਿੱਚ ਧਾਗਿਆਂ ਵਾਲੀਆਂ ਰਚਨਾਵਾਂ ਜਿਸ ਨੂੰ ਹਾਈਫੀ ਕਹਿੰਦੇ ਹਨ ਪੈਦਾ ਹੋ ਜਾਣਗੀਆਂ। ਹੁਣ ਫੋਰਸੈਪ ਭਾਵ ਚਿਮਟੀ ਦੀ ਮਦਦ ਦੇ ਨਾਲ ਕੁਝ ਧਾਗਿਆਂ ਨੂੰ ਚੱਕ ਕੇ ਵਾਸ਼ ਗਲਾਸ ਵਿੱਚ ਰੱਖੋ ਅਤੇ ਵਾਸ਼ ਗਲਾਸ ਵਿੱਚ ਥੋੜ੍ਹਾ ਜਿਹਾ ਪਾਣੀ ਪਾਓ। ਹੁਣ ਵਾਸ਼ ਗਲਾਸ ਜਾਂ ਸਲਾਈਡ ਉੱਪਰ ਮਿਥਿਲੀਨ ਬਲੂ ਜਾਂ ਕਾਟਨ ਬਲੂ ਦੀਆਂ ਕੁਝ ਬੂੰਦਾਂ ਪਾਓ ਅਤੇ ਉਸ ਵਿੱਚ ਮਟੀਰੀਅਲ ਨੂੰ ਟ੍ਰਾਂਸਫਰ ਕਰ ਦਿਓ। 1 ਤੋਂ 2 ਮਿੰਟ ਦੀ ਸਟੇਨਿੰਗ ਤੋਂ ਬਾਅਦ ਇੱਕ ਹੋਰ ਸਲਾਈਡ ਉੱਪਰ ਗਲਿਸਰੀਨ ਦੀ ਇੱਕ ਬੂੰਦ ਪਾਓ ਅਤੇ ਫੋਰਸੈਪ
ਭਾਵ ਚਿਮਟੀ ਦੀ ਮਦਦ ਦੇ ਨਾਲ ਮਟੀਰੀਅਲ ਨੂੰ ਉਸ ਗਲੀਸਰੀਨ ਦੇ ਵਿੱਚ ਟ੍ਰਾਂਸਫਰ ਕਰੋ। ਫੰਗਸ ਦੇ ਧਾਗਿਆਂ ਭਾਵ ਹਾਈਫੀ ਨੂੰ ਚੰਗੀ ਤਰ੍ਹਾਂ ਸਪਰੈਡ ਕਰ ਦਿਓ ਅਤੇ ਇਸ ਉੱਪਰ ਕਵਰ ਸਲਿੱਪ ਨੂੰ ਬੜੀ ਧਿਆਨਪੂਰਵਕ ਰੱਖੋ ਤਾਂ ਜੋ ਇਸ ਵਿੱਚ 에ਅਰ ਬਬਲ ਨਾ ਆ ਜਾਏ। ਬਲੋਟਿੰਗ ਪੇਪਰ ਭਾਵ ਟਿਸ਼ੂ ਪੇਪਰ ਦੇ ਨਾਲ ਵਾਧੂ ਦੀ ਗਲੀਸਰੀਨ ਨੂੰ ਸੋਖ ਲਓ। ਇਸ ਤਿਆਰ ਸਲਾਈਡ ਨੂੰ ਮਾਈਕਰੋਸਕੋਪ ਦੇ ਹੇਠਾਂ ਰੱਖ ਕੇ ਦੇਖੋ। ਤੁਹਾਨੂੰ ਧਾਗਿਆਂ ਵਰਗੀਆਂ ਰਚਨਾਵਾਂ ਭਾਵ ਹਾਈਫੀ ਨਜ਼ਰ ਆਉਣਗੀਆਂ। ਸਿਗਨੀਫੀਕੈਂਸ ਭਾਵ ਫੰਜਾਈ ਦਾ ਮਹੱਤਵ। ਈਸਟ ਭਾਵ ਖਮੀਰ ਦੀ ਵਰਤੋਂ ਬ੍ਰੈਡ, ਡੋਸਾ, ਇਡਲੀ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ। ਈਸਟ ਭੋਜਨ ਵਿਚਲੇ ਕਾਰਬੋਹਾਈਡਰੇਟਸ ਦੀ ਫਰਮੈਂਟੇਸ਼ਨ ਕਰਕੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦਾ ਹੈ। ਇਹ ਕਾਰਬਨ ਡਾਈਆਕਸਾਈਡ ਗੈਸ ਗੁੰਨੇ ਹੋਏ ਆਟੇ ਨੂੰ ਫੁਲਾ ਦਿੰਦੀ ਹੈ। ਈਸਟ ਭਾਵ ਖਮੀਰ ਦੀ ਵਰਤੋਂ ਬਰੂਇੰਗ ਇੰਡਸਟਰੀ ਭਾਵ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਕੀਤੀ ਜਾਂਦੀ ਹੈ। ਈਸਟ ਕਾਰਬੋਹਾਈਡਰੇਟ ਦੀ ਫਰਮੈਂਟੇਸ਼ਨ ਦੌਰਾਨ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਹਨ। ਕਾਰਬਨ ਡਾਈਆਕਸਾਈਡ ਦੀ ਵਰਤੋਂ ਬੇਕਿੰਗ ਇੰਡਸਟਰੀ ਦੇ ਵਿੱਚ ਕਰ ਲਈ ਜਾਂਦੀ ਹੈ, ਜਦਕਿ ਅਲਕੋਹਲ ਦੀ ਵਰਤੋਂ ਬਰੂਇੰਗ ਇੰਡਸਟਰੀ ਵਿੱਚ ਵਿਸਕੀ, ਬ੍ਰਾਂਡੀ, ਬੀਅਰ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ। ਸੂਖਮ ਜੀਵਾਂ ਦੁਆਰਾ ਖੰਡ ਨੂੰ ਅਲਕੋਹਲ ਦੇ ਵਿੱਚ ਬਦਲਣਾ ਖਮੀਰਨ ਭਾਵ ਫਰਮੈਂਟੇਸ਼ਨ ਅਖਵਾਉਂਦਾ ਹੈ। ਫਰਮੈਂਟੇਸ਼ਨ ਭਾਵ ਖਮੀਰਨ ਦੀ ਖੋਜ 1857 ਈਸਵੀ ਵਿੱਚ ਲੂਇਸ ਪਾਸਚਰ ਨੇ ਕੀਤੀ। ਮਸ਼ਰੂਮ ਅਤੇ ਮੋਰਲਸ ਦੀ ਵਰਤੋਂ ਭੋਜਨ ਵਜੋਂ ਕੀਤੀ ਜਾਂਦੀ ਹੈ। ਇਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਇਹ ਪ੍ਰੋਟੀਨ ਦੇ ਸਸਤੇ ਸਰੋਤ ਹਨ। ਕੁਝ ਫੰਜਾਈ ਤੋਂ ਪ੍ਰਤੀਜੈਵਿਕ ਦਵਾਈਆਂ ਭਾਵ ਐਂਟੀਬਾਇਓਟਿਕਸ ਪੈਦਾ ਕੀਤੀਆਂ ਜਾਂਦੀਆਂ ਹਨ। ਐਂਟੀਬਾਇਓਟਿਕਸ ਭਾਵ ਪ੍ਰਤੀਜੈਵਿਕ ਦਵਾਈਆਂ ਸੂਖਮ ਜੀਵਾਂ ਦੁਆਰਾ ਪੈਦਾ ਕੀਤੀ ਗਈਆਂ ਅਜਿਹੇ ਕਾਰਬਨਿਕ ਯੌਗਿਕ ਹਨ ਜਿਨ੍ਹਾਂ ਦੀ ਵਰਤੋਂ ਦੂਜੇ ਸੂਖਮ ਜੀਵਾਂ ਦੇ ਵਾਧੇ ਅਤੇ ਵਿਕਾਸ ਨੂੰ ਰੋਕਣ ਵਿੱਚ ਕੀਤੀ ਜਾਂਦੀ ਹੈ। ਇਸ ਨਾਲ ਲਾਗ ਛੇਤੀ ਠੀਕ ਹੋ ਜਾਂਦਾ ਹੈ। ਪੈਨਸਿਲਿਨ, ਟੈਟਰਾਸਾਈਕਲਿਨ, ਐਮੋਕਸਿਸਿਲਿਨ, ਅਰੀਥਰੋਮਾਈਸਿਨ ਕੁਝ ਪ੍ਰਤੀਜੈਵਿਕ ਦਵਾਈਆਂ ਦੇ ਨਾਮ ਹਨ। ਪੈਨਸਿਲਿਨ ਸਭ ਤੋਂ ਪਹਿਲੀ ਐਂਟੀਬਾਇਓਟਿਕ ਭਾਵ ਪ੍ਰਤੀਜੈਵਿਕ ਦਵਾਈ ਹੈ ਜਿਸ ਦੀ ਖੋਜ 1928 ਵਿੱਚ ਅਲੈਗਜ਼ੈਂਡਰ ਫਲੈਮਿੰਗ ਨੇ ਕੀਤੀ। ਅਲੈਗਜ਼ੈਂਡਰ ਫਲੈਮਿੰਗ ਕੁਝ ਬੈਕਟੀਰੀਆ ਉੱਪਰ ਕੰਮ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਉਸ ਦੇ ਬੈਕਟੀਰੀਆ ਦੇ ਕਲਚਰ ਵਿੱਚ ਹਰੇ ਰੰਗ ਦੇ ਪੈਨੀਸਿਲੀਅਮ ਨੋਟੇਟਮ ਤੇ ਕੁਝ ਫੰਗਸ ਲੱਗ ਗਈ ਹੈ। ਇਸ ਫੰਗਸ ਕਾਰਨ ਉਸ ਦੇ ਬੈਕਟੀਰੀਆ ਦੀ ਗਰੋਥ ਨਹੀਂ ਹੋ ਰਹੀ। ਉਸ ਪੈਨੀਸਿਲੀਅਮ ਤੋਂ ਉਸ ਨੇ ਪਹਿਲੀ ਪ੍ਰਤੀਜੈਵਿਕ ਦਵਾਈ ਭਾਵ ਐਂਟੀਬਾਇਓਟਿਕ ਬਣਾਈ ਜਿਸ ਦਾ ਨਾਮ ਪੈਨਸਿਲਿਨ ਹੈ। ਕੁਝ ਫੰਜਾਈ ਮਨੁੱਖ ਅਤੇ ਪੇੜ ਪੌਦਿਆਂ ਵਿੱਚ ਬਿਮਾਰੀਆਂ ਵੀ ਪੈਦਾ ਕਰਦੀਆਂ ਹਨ। ਮਨੁੱਖ ਵਿੱਚ ਇਸ ਦੀ ਉਦਾਹਰਣ ਰਿੰਗਵਰਮ ਹੈ, ਜਦਕਿ ਪੇੜ ਪੌਦਿਆਂ ਵਿੱਚ ਗੰਨਿਆਂ ਦਾ ਲਾਲ ਹੋਣਾ ਇਸ ਦੀ ਉਦਾਹਰਣ ਹੈ। ਫੰਗਸ ਭੋਜਨ ਨੂੰ ਖਰਾਬ ਅਤੇ ਵਿਸ਼ੈਲਾ ਵੀ ਕਰਦੀ ਹੈ। ਬੈਕਟੀਰੀਆ ਭਾਵ ਜੀਵਾਣੂ ਅਤੀ ਸੂਖਮ ਜੀਵ ਹਨ। ਇਹਨਾਂ ਦਾ ਆਕਾਰ 0.2 ਮਾਈਕਰੋਮੀਟਰ ਤੋਂ 10 ਮਾਈਕਰੋਮੀਟਰ ਤੱਕ ਹੁੰਦਾ ਹੈ। ਇਹ ਇੱਕ ਸੈਲੀ ਜੀਵ ਹਨ। ਇਹਨਾਂ ਵਿੱਚ ਆਪਣਾ ਕੇਂਦਰਕ ਨਹੀਂ ਹੁੰਦਾ। ਇੰਪੋਰਟੈਂਸ ਔਰ ਸਿਗਨੀਫੀਕੈਂਸ ਆਫ ਬੈਕਟੀਰੀਆ। ਲੈਕਟੋਬੈਸਿਲਸ ਨਾਮ ਦੇ ਬੈਕਟੀਰੀਆ ਦੀ ਵਰਤੋਂ ਡੇਅਰੀ ਫਾਰਮ ਵਿੱਚ ਕੀਤੀ ਜਾਂਦੀ ਹੈ। ਇਹ ਬੈਕਟੀਰੀਆ ਦੁੱਧ ਤੋਂ ਦਹੀਂ ਅਤੇ ਪਨੀਰ ਬਣਾਉਣ ਵਿੱਚ ਮਦਦ ਕਰਦਾ ਹੈ। ਐਸੀਟੋਬੈਕਟਰ ਨਾਮ ਦਾ ਬੈਕਟੀਰੀਆ ਅਲਕੋਹਲ ਨੂੰ ਐਸਟਿਕ ਐਸਿਡ ਵਿੱਚ ਬਦਲਦਾ ਹੈ। 5 ਤੋਂ 8% ਐਸਟਿਕ ਐਸਿਡ ਦਾ ਘੋਲ ਵਿਨੇਗਰ ਭਾਵ ਸਿਰਕਾ ਖਵਾਉਂਦਾ ਹੈ, ਜਿਸ ਦੀ ਵਰਤੋਂ ਐਜ਼ ਏ ਫੂਡ ਪ੍ਰੀਜ਼ਰਵੇਟਿਵ ਭਾਵ ਭੋਜਨ ਸੁਰੱਖਿਅਕ ਦੇ ਤੌਰ 'ਤੇ ਕੀਤੀ ਜਾਂਦੀ ਹੈ। ਕੁਝ ਬੈਕਟੀਰੀਆ ਦੀ ਵਰਤੋਂ ਫਰਮੈਂਟੇਸ਼ਨ ਭਾਵ ਖਮੀਰਨ ਵਿੱਚ ਕੀਤੀ ਜਾਂਦੀ ਹੈ, ਜਿਸ ਦੌਰਾਨ ਉਹਨਾਂ ਤੋਂ ਸ਼ਰਾਬ ਬਣਾਈ ਜਾਂਦੀ ਹੈ। ਕੁਝ ਬੈਕਟੀਰੀਆ ਪੇੜ ਪੌਦਿਆਂ ਅਤੇ ਜਾਨਵਰਾਂ ਦੇ ਮ੍ਰਿਤ ਸਰੀਰਾਂ ਦਾ ਅਪਘਟਨ ਭਾਵ ਡੀਕੰਪੋਜੀਸ਼ਨ ਕਰਦੇ ਹਨ। ਇਸ ਤਰ੍ਹਾਂ ਵਾਤਾਵਰਣ ਸ਼ੁੱਧ ਹੁੰਦਾ ਹੈ ਅਤੇ ਉਹਨਾਂ ਦੇ ਪੋਸ਼ਕ ਤੱਤਾਂ ਭਾਵ ਨਿਊਟ੍ਰੀਐਂਟਸ ਦਾ ਪੁਨਰ ਚੱਕਰਣ ਵੀ ਹੁੰਦਾ ਹੈ। ਬਲੂ ਗ੍ਰੀਨ ਐਲਗੀ ਭਾਵ ਸਾਈਨੋਬੈਕਟੀਰੀਆ, ਜਿਸ ਨੂੰ ਨੀਲੀ ਹਰੀ ਕਾਈ ਵੀ ਕਿਹਾ ਜਾਂਦਾ ਹੈ, ਅਤੇ ਰਾਈਜ਼ੋਬੀਅਮ ਵਾਯੂਮੰਡਲੀ ਨਾਈਟ੍ਰੋਜਨ ਨੂੰ ਨਾਈਟ੍ਰੋਜਨ ਯੌਗਿਕ ਦੇ ਵਿੱਚ ਬਦਲਦੀ ਹੈ। ਇਸ ਕਿਰਿਆ ਨੂੰ ਨਾਈਟ੍ਰੋਜਨ ਫਿਕਸੇਸ਼ਨ ਜਾਂ ਨਾਈਟ੍ਰੋਜਨ ਸਥਿਰੀਕਰਨ ਕਿਹਾ ਜਾਂਦਾ ਹੈ। ਇਹਨਾਂ ਨਾਈਟ੍ਰੋਜਨ ਯੌਗਿਕਾਂ ਨੂੰ ਪੇੜ ਪੌਦੇ ਸੋਖ ਕੇ ਅਮੀਨੋ ਐਸਿਡ ਅਤੇ ਪ੍ਰੋਟੀਨ ਬਣਾਉਂਦੇ ਹਨ। ਲੈਗੂਮੀਨਸ ਭਾਵ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਨਡਿਊਲਸ ਭਾਵ ਗੰਢਾਂ ਹੁੰਦੀਆਂ ਹਨ। ਇਹਨਾਂ ਗੰਢਾਂ ਵਿੱਚ ਰਾਈਜ਼ੋਬੀਅਮ ਨਾਮ ਦੇ ਬੈਕਟੀਰੀਆ ਮੌਜੂਦ ਹੁੰਦੇ ਹਨ।
ਇਹ ਬੈਕਟੀਰੀਆ ਵਾਤਾਵਰਣੀ ਨਾਈਟ੍ਰੋਜਨ ਦਾ ਫਿਕਸੇਸ਼ਨ ਕਰਦੇ ਹਨ ਅਤੇ ਨਾਈਟ੍ਰੋਜਨ ਯੌਗਿਕ ਬਣਾਉਂਦੇ ਹਨ। ਵੱਖ-ਵੱਖ ਜਾਤੀਆਂ ਅਤੇ ਜੀਵਾਂ ਵਿਚਕਾਰ ਅਜਿਹਾ ਸੰਬੰਧ ਜੋ ਉਹਨਾਂ ਜੀਵਾਂ ਦੀ ਹੋਂਦ ਲਈ ਫਾਇਦੇਮੰਦ ਹੋਵੇ ਉਸ ਨੂੰ ਸਹਿਜੀਵਤਾ ਭਾਵ ਸਿੰਬਾਇਓਸਿਸ ਕਿਹਾ ਜਾਂਦਾ ਹੈ। ਕੁਝ ਅਜਿਹੇ ਵੀ ਬੈਕਟੀਰੀਆ ਹੁੰਦੇ ਹਨ ਜੋ ਮਨੁੱਖ ਅਤੇ ਪੇੜ ਪੌਦਿਆਂ ਵਿੱਚ ਬਿਮਾਰੀਆਂ ਪੈਦਾ ਕਰਦੇ ਹਨ। ਉਹਨਾਂ ਦਾ ਵਰਣਨ ਇਸ ਟੇਬਲ ਵਿੱਚ ਦਿੱਤਾ ਗਿਆ ਹੈ। ਕੋਲਰਾ ਭਾਵ ਹੈਜ਼ਾ ਵਿਬਰਿਓ ਕੋਲਰੀ ਦੇ ਨਾਲ, ਟਿਊਬਰਕਲੋਸਿਸ ਭਾਵ ਤਪਦਿਕ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਦੇ ਨਾਲ, ਬੀ ਕੋਲਾਈ ਐਸਚਰਚੀਆ ਕੋਲਾਈ ਦੇ ਨਾਲ, ਟਾਈਫਾਈਡ ਭਾਵ ਮਿਆਦੀ ਬੁਖਾਰ ਸਾਲਮੋਨੈਲਾ ਟਾਈਫੀ ਦੇ ਨਾਲ ਫੈਲਦਾ ਹੈ। ਇਹ ਰੋਗ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਦੂਸ਼ਿਤ ਪਾਣੀ ਪੀਣ ਨਾਲ, ਦੂਸ਼ਿਤ ਭੋਜਨ ਕਰਨ ਦੇ ਨਾਲ, ਰੋਗੀ ਦੁਆਰਾ ਵਰਤੀਆਂ ਗਈਆਂ ਵਸਤੂਆਂ ਦੇ ਨਾਲ, ਛਿੱਕਣ ਜਾਂ ਖੰਘਣ ਨਾਲ ਪਹੁੰਚਦੇ ਹਨ। ਕੁਝ ਬੈਕਟੀਰੀਆ ਤੋਂ ਪ੍ਰਤੀਜੈਵਿਕ ਦਵਾਈਆਂ ਭਾਵ ਐਂਟੀਬਾਇਓਟਿਕਸ ਵੀ ਪੈਦਾ ਹੁੰਦੀਆਂ ਹਨ। ਐਕਟੀਨੋਮਾਈਸੀਟੀਜ਼ ਵਰਗ ਦੇ ਬੈਕਟੀਰੀਆ ਐਂਟੀਬਾਇਓਟਿਕਸ ਪੈਦਾ ਕਰਦੇ ਹਨ। ਐਂਟੀਬਾਇਓਟਿਕਸ ਬੈਕਟੀਰੀਅਲ ਇਨਫੈਕਸ਼ਨ ਨੂੰ ਰੋਕਦੇ ਹਨ, ਪਰ ਇਹਨਾਂ ਦਾ ਵਾਇਰਸਿਸ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ। ਮਾਈਕਰੋਬਸ ਦੀ 5th ਅਤੇ ਲਾਸਟ ਕੈਟੇਗਰੀ ਹੈ ਵਾਇਰਸਿਸ, ਜਿਸ ਨੂੰ ਵਿਸ਼ਾਣੂ ਵੀ ਕਿਹਾ ਜਾਂਦਾ ਹੈ। ਇਹ ਇੰਨੇ ਸੂਖਮ ਹੁੰਦੇ ਹਨ ਕਿ ਇਹਨਾਂ ਨੂੰ ਇਲੈਕਟ੍ਰੋਨ ਮਾਈਕਰੋਸਕੋਪ ਦੇ ਨਾਲ ਹੀ ਵੇਖਿਆ ਜਾ ਸਕਦਾ ਹੈ। ਵਾਇਰਸਿਸ ਨਿਊਕਲਿਕ ਐਸਿਡ ਅਤੇ ਪ੍ਰੋਟੀਨ ਤੋਂ ਮਿਲ ਕੇ ਬਣੇ ਹੋਏ ਹੁੰਦੇ ਹਨ। ਇਹਨਾਂ ਨੂੰ 3 ਕੈਟੇਗਰੀ ਵਿੱਚ ਵੰਡਿਆ ਗਿਆ ਹੈ: ਪਲਾਂਟ ਵਾਇਰਸਿਸ, ਐਨੀਮਲ ਵਾਇਰਸਿਸ ਅਤੇ ਬੈਕਟੀਰੀਓਫਾਜਿਸ, ਜਿਸ ਨੂੰ ਬੈਕਟੀਰੀਅਲ ਵਾਇਰਸ ਵੀ ਕਿਹਾ ਜਾਂਦਾ ਹੈ। ਵਾਇਰਸਿਸ ਵਿੱਚ ਸਜੀਵਾਂ ਅਤੇ ਨਿਰਜੀਵਾਂ ਦੋਹਾਂ ਦੇ ਗੁਣ ਹੁੰਦੇ ਹਨ, ਇਸ ਲਈ ਇਹਨਾਂ ਨੂੰ ਨਾ ਤਾਂ ਸਜੀਵ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਨਿਰਜੀਵ ਕਿਹਾ ਜਾਂਦਾ ਹੈ। ਇਹਨਾਂ ਨੂੰ ਇਹਨਾਂ ਦੋਨਾਂ ਦੇ ਵਿਚਕਾਰ ਪ੍ਰਾਪਤ ਥ੍ਰੈਸ਼ਹੋਲਡ 'ਤੇ ਰੱਖਿਆ ਜਾਂਦਾ ਹੈ। ਵਾਇਰਸਿਸ ਜਦ ਤੱਕ ਕਿਸੇ ਸਜੀਵ ਸੈੱਲ ਦੇ ਵਿੱਚ ਦਾਖਲ ਨਹੀਂ ਹੋ ਜਾਂਦੀਆਂ ਤਦ ਤੱਕ ਇਹ ਨਿਰਜੀਵ ਹੀ ਰਹਿੰਦੀਆਂ ਹਨ। ਵਾਇਰਸਿਸ ਮਨੁੱਖ ਅਤੇ ਪੇੜ ਪੌਦਿਆਂ ਵਿੱਚ ਬਿਮਾਰੀਆਂ ਪੈਦਾ ਕਰਦੇ ਹਨ। ਵਾਇਰਸਿਸ ਮਨੁੱਖ ਵਿੱਚ ਕਾਮਨ ਕੋਲਡ, ਇਨਫਲੂਐਂਜ਼ਾ, ਏਡਜ਼, ਚਿਕਨ ਪੌਕਸ, ਪੋਲੀਓ, ਮੀਜ਼ਲਸ ਆਦਿ ਬਿਮਾਰੀਆਂ ਪੈਦਾ ਕਰਦੀਆਂ ਹਨ। ਕਾਮਨ ਕੋਲਡ ਭਾਵ ਜ਼ੁਕਾਮ ਅਤੇ ਇਨਫਲੂਐਂਜ਼ਾ, ਜਿਸ ਨੂੰ ਫਲੂ ਕਿਹਾ ਜਾਂਦਾ ਹੈ, ਦੋਹਾਂ ਦੇ ਲੱਛਣ ਲਗਭਗ ਇੱਕੋ ਜਿਹੇ ਹਨ। ਦੋਹਾਂ ਦੇ ਵਿੱਚ ਛਿੱਕਾਂ, ਸਿਰ ਦਰਦ ਅਤੇ ਹਲਕਾ ਬੁਖਾਰ ਹੁੰਦਾ ਹੈ, ਪਰ ਇਨਫਲੂਐਂਜ਼ਾ ਦੇ ਵਿੱਚ ਗਲਾ ਵੀ ਦੁਖਦਾ ਹੈ। ਕਾਮਨ ਕੋਲਡ ਅਤੇ ਫਲੂ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਛਿੱਕਣ, ਖੰਘਣ ਅਤੇ ਰੋਗੀ ਦੁਆਰਾ ਵਰਤੀਆਂ ਗਈਆਂ ਵਸਤੂਆਂ ਨੂੰ ਸਾਂਝਾ ਕਰਨ ਦੇ ਨਾਲ ਹੁੰਦਾ ਹੈ। ਏਡਜ਼ HIV ਵਾਇਰਸ ਨਾਲ ਫੈਲਦੀ ਹੈ। ਏਡਜ਼ ਦਾ ਪੂਰਾ ਨਾਮ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ ਹੈ। HIV ਰੋਗੀ ਵਿਅਕਤੀ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਭਾਵ ਇਮਿਊਨਿਟੀ ਨੂੰ ਕਮਜ਼ੋਰ ਕਰ ਦਿੰਦੀ ਹੈ। ਏਡਜ਼ ਇੱਕ ਇਨਫੈਕਟਡ ਪਰਸਨ ਤੋਂ ਇੱਕ ਤੰਦਰੁਸਤ ਵਿਅਕਤੀ ਤੱਕ ਇੰਜੈਕਸ਼ਨ ਦੀਆਂ ਸੂਈਆਂ ਸਾਂਝੀਆਂ ਕਰਨ ਦੇ ਨਾਲ, ਟੈਟੂ ਬਣਵਾਉਣ ਦੇ ਨਾਲ ਅਤੇ ਅਣਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ ਫੈਲਦੀ ਹੈ। ਚਿਕਨ ਪੌਕਸ ਜਾਂ ਛੋਟੀ ਮਾਤਾ, ਇਸ ਵਿੱਚ ਰੋਗੀ ਦੀ ਚਮੜੀ ਉੱਪਰ ਛੋਟੇ ਛਾਲੇ ਨਿਕਲ ਆਉਂਦੇ ਹਨ। ਇਹ ਇਨਫੈਕਸ਼ਨ ਵੀ ਛਿੱਕਣ ਅਤੇ ਖੰਘਣ ਕਾਰਨ ਫੈਲਦੀ ਹੈ। ਚਲੋ ਬੱਚਿਓ, ਉਸ ਇਨਫੈਕਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਜੋ ਸਾਰੇ ਸੰਸਾਰ ਵਿੱਚ ਫੈਲ ਚੁੱਕੀ ਹੈ। ਇਸ ਨੂੰ ਵੁਹਾਨ ਵਾਇਰਸ ਜਾਂ ਕੋਵਿਡ-19 ਦਾ ਵੀ ਨਾਮ ਦਿੱਤਾ ਜਾ ਸਕਦਾ ਹੈ, ਜਿੱਥੇ CO ਕਰੋਨਾ, VI ਵਾਇਰਸ, D ਡਿਜ਼ੀਜ਼ 2019 ਨੂੰ ਰਿਪਰੈਜ਼ੈਂਟ ਕਰਦਾ ਹੈ, ਕਿਉਂਕਿ ਇਸ ਦੀ ਪਹਿਲੀ ਇਨਫੈਕਸ਼ਨ ਚਾਈਨਾ ਦੇ ਵੁਹਾਨ ਸ਼ਹਿਰ ਵਿੱਚ 2019 ਵਿੱਚ ਹੋਈ ਸੀ। ਇਸ ਇਨਫੈਕਸ਼ਨ ਦੇ ਆਮ ਲੱਛਣ ਹਨ: ਛਿੱਕਾਂ ਦਾ ਆਉਣਾ, ਸੁੱਕੀ ਖੰਘ, ਬੁਖਾਰ। ਇਹ ਬੁਖਾਰ 100 ਡਿਗਰੀ ਫਾਰਨਹਾਈਟ ਜਾਂ ਇਸ ਤੋਂ ਜ਼ਿਆਦਾ ਹੋ ਸਕਦਾ ਹੈ। ਇਸ ਇਨਫੈਕਸ਼ਨ ਵਿੱਚ ਨਿਮੋਨੀਆ ਜਾਂ ਗੁਰਦਿਆਂ ਦੇ ਫੇਲ ਹੋਣ ਕਾਰਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਘੱਟੋ ਘੱਟ 20 ਸੈਕਿੰਡ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਚਾਹੀਦਾ ਹੈ। ਅਗਰ ਸਾਬਣ ਉਪਲਬਧ ਨਾ ਹੋਵੇ ਤਾਂ ਹੱਥਾਂ ਨੂੰ ਸੈਨੀਟਾਈਜ਼ਰ ਨਾਲ ਧੋਣਾ ਚਾਹੀਦਾ ਹੈ, ਜਿਸ ਵਿੱਚ ਘੱਟੋ ਘੱਟ 60% ਐਲਕੋਹਲ ਹੋਵੇ। ਛਿੱਕਣ ਅਤੇ ਖੰਘਣ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਦੇ ਨਾਲ ਢੱਕ ਲੈਣਾ ਚਾਹੀਦਾ ਹੈ ਅਤੇ ਵਰਤੇ ਹੋਏ ਟਿਸ਼ੂ ਨੂੰ ਜਲਾ ਦੇਣਾ ਚਾਹੀਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਿਆ ਨਾ ਜਾਏ। ਸਾਰੀਆਂ ਸਰਫੇਸਿਸ ਨੂੰ ਵਿਸ਼ਾਣੂ ਰਹਿਤ ਕਰਨਾ ਚਾਹੀਦਾ ਹੈ। ਸਾਨੂੰ ਭੀੜ ਵਾਲੀ ਜਗ੍ਹਾ 'ਤੇ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਅਜਿਹੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਣਾ ਚਾਹੀਦਾ ਹੈ ਜੋ ਇਸ ਬਿਮਾਰੀ ਨਾਲ ਗ੍ਰਸਿਤ ਹਨ। ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਸਟੇ ਹੋਮ, ਸਟੇ ਹੈਲਦੀ। ਥੈਂਕ ਯੂ।